ਕਿ ਉਹਨੂੰ ਕੀ ਸਿਖਾਣਾ ਹੈ। ਹੁਣੇ ਮੈਨੂੰ ਤੇਰੇ ਕੋਲ ਸਿੱਖਣਾ ਪਏਗਾ। ਤੁਸੀਂ ਮੇਰੇ ਕੋਲੋਂ ਕੁਝ ਨਾ ਸਿੱਖੋ ਤੇ ਕਿਸੇ ਹੋਰ ਕੋਲੋਂ ਵੀ ਨਾ ਕੁਝ ਸਿੱਖੋ, ਪਰ ਤੁਸੀਂ ਇੱਕ ਵਾਰੀ ਵੱਡੇ ਮੈਡਮ ਜੀ ਦੇ ਦਿਲ ਵਿੱਚ ਝਾਕ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਉਹਨਾਂ ਦਿਲ ਵਿੱਚ ਕਿੰਨਾ ਪਿਆਰ ਹੈ, ਕਿੰਨਾ ਸਤਿਕਾਰ ਹੈ ਤੁਹਾਡੇ ਲਈ। ਉਹ ਕਦੇ ਵੀ ਤੁਹਾਡਾ ਬੁਰਾ ਨਹੀਂ ਚਾਹੁੰਦੇ, ਹਮੇਸ਼ਾ ਤੁਹਾਡਾ ਸੁੱਖ ਹੀ ਮੰਗਦੇ ਨੇ ਤੇ ਮੈਂ ਉਹਨਾਂ ਦੇ ਸੁੱਖ ਮੰਗਦੀ ਹਾਂ। ਸਾਨੂੰ ਪਿੰਡੂ ਕੁੜੀਆਂ ਨੂੰ ਤਾਂ ਸਾਡੇ ਘਰ ਵਾਲੇ ਸ਼ੁਰੂ ਤੋਂ ਇਹੀ ਗੱਲ ਸਿਖਾਉਂਦੇ ਨੇ ਕਿ ਆਪਣੇ ਸਹੁਰੇ ਘਰ ਜਾ ਕੇ ਆਪਣੀ ਸੱਸ ਦੀ ਹਰ ਗੱਲ ਮੰਨਣੀ ਹੈ, ਉਹਨੂੰ ਹਮੇਸ਼ਾ ਉੱਚਾ ਰੱਖਣਾ ਤੇ ਮੈਂ ਆਪਣੀ ਸੱਸ ਨੂੰ ਉੱਚਾ ਹੀ ਰੱਖਦੀ ਹਾਂ, ਉਹਨਾਂ ਦੀ ਹਰ ਗੱਲ ਮੰਨਣੀ ਹੈ। सुनो जेके साहब, सियाणियां गल्लां ने, सुनो ते अमल करो इन्हां ते। ਤੁਸੀਂ ਵੱਡੇ ਮੈਡਮ ਜੀ ਨੂੰ ਇੱਜ਼ਤ ਤਾਂ ਦੇ ਕੇ ਦੇਖੋ, ਉਹਨਾਂ ਨੂੰ ਮੇਰੇ ਵਾਂਗ ਉੱਚਾ ਰੁਤਬਾ ਤਾਂ ਦੇ ਕੇ ਦੇਖੋ, ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ, ਤੁਹਾਡੀ ਕਿੰਨੀ ਇੱਜ਼ਤ ਕਰਦੇ ਨੇ, ਤੁਹਾਨੂੰ ਦਿਲ ਵਿੱਚ ਜਗ੍ਹਾ ਦਿੱਤੀ ਹੈ। ਤੁਸੀਂ ਕਿਉਂ ਨਹੀਂ ਸਮਝਦੇ ਪਾਪਾ ਜੀ? ਤੁਹਾਨੂੰ ਹਮੇਸ਼ਾ ਇਦਾਂ ਕਿਉਂ ਲੱਗਦਾ ਪਾਪਾ ਜੀ ਕਿ ਘਰ ਦੀ ਹਰੇਕ ਨੂੰਹ ਨੂੰ ਤੁਹਾਡੇ ਪੈਰਾਂ ਵਿੱਚ ਡਿੱਗਣਾ ਚਾਹੀਦਾ? ਆਪਣੇ ਆਪ ਨੂੰ ਕਿੰਨਾ ਕੁ ਵੱਡਾ ਸਮਝਦੇ ਹੋ ਪਾਪਾ ਜੀ? ਕਿਤੇ ਦੇਵਤਾ ਹੋਣ ਦਾ ਭਰਮ ਤਾਂ ਨਹੀਂ ਪਾ ਲਿਆ ਤੁਸੀਂ? ਆਪਣੀ ਹੱਦ ਨਾ ਟੱਪ। ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀਗਾ, ਮੇਰੀ ਅਣਖ ਨੂੰ ਬੰਗਾਰਨ ਦੀ ਕੋਸ਼ਿਸ਼ ਨਾ ਕਰਿਆ ਕਰ। ਅਣਖੀ ਬੰਦੇ ਆਪਣੀ ਘਰਵਾਲੀ ਦੀ ਇੱਜ਼ਤ ਕਰਦੇ ਨੇ जेके साहब। ਤੇ ਨਾਲੇ ਜਿਹੜੇ ਮਸਲਿਆਂ ਨੂੰ ਮੈਂ ਹੱਥ ਨਹੀਂ ਪਾਉਂਦਾ, ਤੂੰ ਉਹਨਾਂ ਮਸਲਿਆਂ ਵਿੱਚ ਲੱਤ ਕਿਉਂ ਡਾਲਨੀ ਹੈਗੀ? ਤੂੰ ਹੁੰਨੀ ਕੌਣ ਹੈ ਘਰ ਦੇ ਮਸਲੇ ਵਿੱਚ ਦਖਲ ਦੇਣ ਵਾਲੀ? ਤੁਸੀਂ ਇਸ ਨੂੰ ਸਿਰ ਤੇ ਚੜਾਇਆ ਨਾ, ਚਲੋ ਇਹਦੀ ਹਰਕਤ ਲਈ ਤਾਂ ਮੈਂ ਤੁਹਾਨੂੰ ਸ਼ਾਇਦ ਮਾਫ ਕਰ ਦਵਾਂ, ਪਰ ਤੁਹਾਡੀ ਦੂਜੀ ਹਰਕਤ ਵਾਸਤੇ ਮੈਨੂੰ ਤੁਹਾਡੇ ਤੋਂ ਨਫ਼ਰਤ ਹੋ ਗਈ ਹੈ। ਮੇਰੇ ਨਾਲ ਇੰਨੇ ਸਾਲ ਜ਼ਿੰਦਗੀ ਕੱਟਣ ਤੋਂ ਬਾਅਦ ਵੀ ਤੁਸੀਂ ਬਾਹਰਲੇ ਬੰਦੇ ਨਾਲ ਚੱਕਰ ਚਲਾਉਂਦੇ ਫਿਰਦੇ ਹੋ। ਹੁਣ ਇਸ ਗੱਲ ਉੱਤੇ ਮੈਂ ਤੁਹਾਨੂੰ ਲਾਹਨਤ ਨਾ ਪਾਵਾਂ ਤੇ ਕੀ ਕਰਾਂ? मेरे उत्ते एडा वड्डा इल्जाम ना लगाओ जेके साहब। ਇਹ ਕੋਈ ਇਲਜ਼ਾਮ ਨਹੀਂ ਹੈ, ਬਾਹਰ ਤਾਂ ਸਾਰੇ ਇਹੀ ਜਾਣਦੇ ਨੇ ਨਾ, ਤੁਸੀਂ ਆਪਣੀ ਕੁੜੀ ਨਾਲ ਕੀਤਾ ਹੋਇਆ ਵਾਅਦਾ ਨਹੀਂ ਮੰਨਦੇ, ਅੱਜ ਕਮਰੇ ਵਿੱਚ ਬੰਦ ਹੋਏ ਪਏ ਹੋ। ਪਰ ਜਿਹੜਾ ਤੁਸੀਂ ਇਸ ਕਮਰੇ ਵਿੱਚ ਬੈਠ ਕੇ ਤਮਾਸ਼ਾ ਕਰਦੇ ਪਏ ਹੋ, ਲੁਕ ਲੁਕ ਕੇ ਗੱਲਾਂ ਕਰਦੇ ਪਏ ਹੋ, ਇਹ ਤੁਹਾਡੇ ਡਰਾਮੇ ਪਿੱਛੇ ਨਹੀਂ ਲੁਕਣ ਲੱਗਿਆ। ਹੁਣ ਆਪਣਾ ਇਹ ਡਰਾਮਾ ਬੰਦ ਕਰੋ ਤੇ ਨਿਕਲੋ ਇਸ ਕਮਰੇ ਵਿੱਚੋਂ ਬਾਹਰ। ਸਾਰਿਆਂ ਦੇ ਸਾਹਮਣੇ ਚੰਗਾ ਬਣਨ ਦੀ ਲੋੜ ਨਹੀਂ ਹੈ ਹੁਣ। रुको जेके साहब, मेरी गल तो सुनो। तुसी मेनू गलत समझ रहे हो, गलत समझ रहे हो तुसी मेनू। हाय रब्बा, मैं इन्ना को सुनने तो पहला मर क्यों नहीं गई? मेरी इन्नी इंसल्ट जेके साहब नू मेरे ते भोरा भी यकीन नहीं। ਕਾਦੀ ਬੇਇੱਜ਼ਤੀ ਵੱਡੇ ਮੈਡਮ ਜੀ? ਤੁਸੀਂ ਤਾਂ ਕੋਈ ਗਲਤੀ ਕੀਤੀ ਹੀ ਨਹੀਂ ਹੈ। ਤੁਸੀਂ ਐਵੇਂ ਸ਼ਰਮਿੰਦਾ ਨਾ ਹੋ, ਇਦਾਂ ਦੀ ਗੱਲਾਂ ਦਿਲ ਤੇ ਨਹੀਂ ਲਾਈਦੀਆਂ। ਇੰਨਾ ਨਾ ਸੋਚੋ, ਤੁਸੀਂ ਬਸ ਮੈਨੂੰ ਆਸ਼ੀਰਵਾਦ ਦਿਓ, ਦੇਖਿਓ ਇੱਕ ਨਾ ਇੱਕ ਦਿਨ ਮੈਂ ਸਭ ਕੁਝ ਠੀਕ ਕਰ ਦੇਵਾਂਗੀ। कुछ नहीं ठीक होएगा गीत, तेनू नहीं पता, ये कोई आज की गल थोड़ी है, ये तो बहुत पुरानी कहानी हो गई है। जिन्नी मर्जी पुरानी कहानी होवे, मैं ये कहानी खत्म कर देवांगी। ते जे मैं ना कर सकी ते मैं मुड़ के कदी ढोल नहीं बजावांगी। हेलो, मैं गीत गल कर रही हूँ। मैनू पता लग गया है, तू वही है ना जिन्हें उस दिन मेरे नाल तबला वजाया सी? हाँ जी, मैं वही हाँ। ते तू नौस घर दी नूंह बन गई है? मैनू यह नहीं सी पता। हाँ जी, मैं ਨੂੰਹ ਹਾਂ ਇਸ ਘਰ ਦੀ, ਇੱਕ ਵਿਆਹੀ ਵਰੀ ਕੁੜੀ ਦੀ ਤੇ ਕਿਸੇ ਘਰ ਦੀ ਨੂੰਹ ਦੀ ਹੱਦ ਤਾਂ ਸਮਝਦੇ ਹੋ ਨਾ ਤੁਸੀਂ? हाँ हाँ, इतना तो समझदा मैं भी। बस फिर आज तो मेरी ये गल मान लियो ते ਵੱਡੇ मैडम जी दी हद तो बाहर रहो। मैं तो कदी कोई हद नहीं टप्पी ते ना ही कदी टप्पांगा। मेरे दिल च तां तेरी सस वास्ते बहुत श्रद्धा है गीत, ते हुण भी मैं एक खास गल करके ही फोन किया सीगा।
ਕਿਹੜੀ ਗੱਲ? ਤੈਨੂੰ ਪਤਾ ਹੀ ਹੈ ਨਾ ਗੀਤ, ਉਸ ਦਿਨ ਤਾਨਿਆ ਮੇਰੇ ਦਿੱਤੇ ਸਾਰੇ ਸੂਟ ਵਾਪਸ ਕਰ ਗਈ, ਪਰ ਉਹਨੇ ਬੜਾ ਬੁਰਾ ਭਲਾ ਵੀ ਬੋਲਿਆ ਮੈਨੂੰ। ਮੈਂ ਸ਼ਿਕਾਇਤ ਨਹੀਂ ਕਰ ਰਿਹਾ, ਪਰ ਦੁਖੀ ਜ਼ਰੂਰ ਹੋਇਆ। ਤਾਂ ਹੀ ਤਾਂ ਮੈਂ ਬਾਰ-ਬਾਰ ਫੋਨ ਕਰਨ ਦੀ ਗਲਤੀ ਕੀਤੀ। ਪਰ ਤੁਸੀਂ ਫੋਨ ਕਰਕੇ ਕਿਹੜੀ ਗੱਲ ਕਰਨਾ ਚਾਹੁੰਦੇ ਸੀ? ਦੇਖ ਗੀਤ, ਮੇਰਾ ਮਹਿਰਾ ਉਸ ਨਾਲ ਤੇ ਕੋਈ ਲੈਣਾ ਦੇਣਾ ਨਹੀਂ ਹੈ, ਤੇ ਨਾ ਹੀ ਜਸਲੀਨ ਜੀ ਨਾਲ ਕੋਈ ਰਿਸ਼ਤਾ ਹੈ ਮੇਰਾ। ਪਰ ਤਾਨੀਆ ਬੱਚੀ ਹੈ, ਉਹ ਮੇਰੀ ਧੀਆਂ ਵਰਗੀ ਹੈ, ਤੇ ਮੈਨੂੰ ਡਰ ਹੈ ਕਿ ਮੇਰੀ ਇਹ ਧੀ ਕਿਤੇ ਗਵਾਚ ਨਾ ਜਾਏ। ਉਹਨੂੰ ਸ਼ਾਇਦ ਆਪ ਵੀ ਨਹੀਂ ਪਤਾ, ਉਹਦਾ ਆਪਣੇ ਆਪ ਤੇ ਕੋਈ ਕਾਬੂ ਨਹੀਂ ਹੈ। ਤੂੰ ਉਹਨੂੰ ਸਮਝਾਈਂ ਗੀਤ, ਉਹਨੂੰ ਕਹੀਂ ਕਿ ਉਹ ਥੋੜਾ ਆਪਣੀ ਹੱਦ ਵਿੱਚ ਰਹੇ। ਬਸ ਮੈਂ ਤੈਨੂੰ ਇਹੀ ਕਹਿਣਾ ਸੀ, ਬਾਕੀ ਤੂੰ ਆਪ ਸਿਆਣੀ ਹੈ। ਤੁਸੀਂ ਫਿਕਰ ਨਾ ਕਰੋ, ਤਾਨਿਆ ਕਿਤੇ ਨਹੀਂ ਗਵਾਚਣ ਲੱਗੀ। ਮੈਂ ਉਹਨੂੰ ਸਾਂਭ ਲਵਾਂਗੀ। ਤੁਸੀਂ ਬਸ ਆਪਣੇ ਆਪ ਨੂੰ ਸੰਭਾਲੋ ਤੇ ਮੇਰੀ ਗੱਲ ਯਾਦ ਰੱਖਿਓ, ਇੱਥੇ ਫੋਨ ਨਾ ਕਰਿਓ। ਮੈਨੂੰ ਯਾਦ ਰਹੇਗੀ, ਤੇ ਮੈਂ ਤੈਨੂੰ ਇਹ ਗੱਲ ਕਹਿਣਾ ਚਾਹੁੰਦਾ, ਤੂੰ ਇੱਕ ਬਹੁਤ ਚੰਗੀ ਨੂੰਹ ਹੈ, ਤੇ ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ। ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਮੈਂ ਤਾਂ ਅਜੇ ਤੱਕ ਤੈਨੂੰ ਤੇਰੇ ਵਿਆਹ ਦਾ ਵੀ ਕੋਈ ਤੋਹਫਾ ਨਹੀਂ ਦਿੱਤਾ ਨਾ। ਨਹੀਂ ਨਹੀਂ, ਮੈਨੂੰ ਕੋਈ ਤੋਹਫਾ ਨਹੀਂ ਚਾਹੀਦਾ। ਪਰ ਇਹ ਤਾਂ ਰਸਮੋ ਰਿਵਾਜ ਨੇ ਗੀਤ। ਕੋਈ ਗੱਲ ਨਹੀਂ ਜੀ, ਜਦੋਂ ਮੈਨੂੰ ਤੋਹਫੇ ਦੀ ਲੋੜ ਹੋਏਗੀ ਮੈਂ ਆਪੇ ਲੈ ਲਵਾਂਗੀ। ਤੁਹਾਨੂੰ ਬਸ ਮੇਰੀ ਇੱਕੋ ਹੀ ਬੇਨਤੀ ਹੈ, ਤੁਸੀਂ ਇੱਥੇ ਫੋਨ ਨਾ ਕਰਨਾ, ਕਦੇ ਵੀ ਨਹੀਂ, ਚਾਹੇ ਕੁਝ ਵੀ ਹੋ ਜਾਵੇ, ਕਿਉਂਕਿ ਇਹਦੇ ਨਾਲ ਮੇਰੇ ਸਹੁਰਾ ਸਾਹਿਬ ਜੀ ਦਾ ਦਿਲ ਦੁਖਦਾ ਹੈ। ਉਹਨਾਂ ਨੂੰ ਧੌਣ ਉੱਚੀ ਕਰਨ ਦੀ ਆਦਤ ਹੈ ਨਾ, ਇਸ ਕਰਕੇ ਉਹਨਾਂ ਦਾ ਦਿਲ ਬਹੁਤ ਜਲਦੀ ਦੁਖ ਜਾਂਦਾ ਹੈ। ਤੇ ਮੈਂ ਆਪਣੇ ਸਹੁਰਾ ਸਾਹਿਬ ਨੂੰ ਦੁਖੀ ਕਦੇ ਨਹੀਂ ਦੇਖ ਸਕਦੀ, ਕਦੇ ਵੀ ਨਹੀਂ। ਬਹੁਤ ਸਿਆਣੀ ਕੁੜੀ ਹੈ ਗੀਤ ਤੂੰ, ਖੁਸ਼ ਰਹਿ, ਰੱਬ ਮਿਹਰ ਰੱਖੇ ਤੇਰੇ ਉੱਤੇ। ਚੱਲ ਫੋਨ ਰੱਖਦਾ ਹੁਣ ਮੈਂ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੀ ਵੀ ਫਿਕਰ ਹੋ ਸਕਦੀ ਹੈ ਕਿਸੇ ਨੂੰ। ਤੁਸੀਂ ਰੋਂਦੇ ਕਿਉਂ ਪਏ ਹੋ ਵੱਡੇ ਮੈਡਮ ਜੀ? ਤੁਹਾਨੂੰ ਪਤਾ, ਤੁਸੀਂ ਰੋਂਦੇ ਰੋਂਦੇ ਬਿਲਕੁਲ ਨਹੀਂ ਚੰਗੇ ਲੱਗਦੇ। ਦੇਖਿਓ ਆਪਣੇ ਆਪ ਨੂੰ, ਬਿਲਕੁਲ ਰੋਂਦੇ ਦੀ ਸ਼ਕਲ ਲੱਗਦੀ ਹੈ ਤੁਹਾਡੀ। ਤੈਨੂੰ ਮੇਰੀ ਸ਼ਕਲ ਦਾ ਬਹੁਤ ਪਤਾ ਹੈ। ਚਲੋ ਨਹੀਂ ਪਤਾ ਮੈਨੂੰ, ਪਰ ਤੁਸੀਂ ਰੋਇਆ ਨਾ ਕਰੋ। ਤੁਸੀਂ ਐਸੇ ਕਰਕੇ ਰੋ ਰਹੇ ਹੋ ਨਾ ਕਿ ਵੱਡੇ ਸਾਹਿਬ ਜੀ ਤੁਹਾਨੂੰ ਹੁਣ ਤੱਕ ਸਮਝ ਨਹੀਂ ਸਕੇ। ਚਲੋ ਤੁਸੀਂ ਫਿਕਰ ਨਾ ਕਰੋ, ਹੁਣ ਮੈਂ ਆ ਗਈ ਨਾ ਇਸ ਘਰ ਵਿੱਚ। ਤੁਸੀਂ ਜੋ ਹੁਣ ਤੱਕ ਉਹਨਾਂ ਨੂੰ ਨਹੀਂ ਸਮਝਾ ਸਕੇ, ਮੈਂ ਸਮਝਾ ਦਿਆਂਗੀ, ਠੀਕ ਹੈ? ਅੱਛਾ, ਜੇ ਉਹ ਮੇਰੇ को नहीं समझ सके तो तेरे को कितना समझ जाएंगे? ऐसा की करने की तैयारी है तेरी? ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿ ਮੈਂ ਕੀ ਕਰਨਾ, ਪਰ ਵੱਡੇ ਸਾਹਿਬ ਜੀ ਨੂੰ ਤੁਹਾਡੀ ਦਿਲ ਦੀ ਗੱਲ ਸਮਝਣੀ ਪਏਗੀ। ਮੌਕੇ ਤੇ ਦੇਖਾਂਗੇ ਕੀ ਕਰਨਾ। अच्छा, मौके ते दसेंगी। इस बार मौके ते तू फिर बदतमीजी करेंगी, जिद्दां अगे कीती सी ਉਹਨਾਂ ਨੂੰ ਢੋਲ ਵਜਾਉਂਦਾ ਕਹਿ ਕੇ। ਉਹਨਾਂ ਨੂੰ ਢੋਲ ਵਜਾਉਣ ਵਾਸਤੇ ਤਾਂ ਕਹਿਣਾ ਹੀ ਸੀ। ਹੁਣ ਉਹਨਾਂ ਦੀ ਨੂੰਹ ਹਰ ਸਾਜ਼ ਵਜਾ ਲੈਂਦੀ ਹੈ, ਤੇ ਸਹੁਰੇ ਦਾ ਵੀ ਤਾਂ ਇੰਨਾ ਕੁ ਹੋਣਾ ਚਾਹੀਦਾ ਕਿ ਉਹ ਵੀ ਕੋਈ ਧਮਾਲ ਵਜਾ ਸਕਣ, ਹੈ ਨਾ? ਕੋਈ ਨਹੀਂ, ਤੁਸੀਂ ਵੇਖਿਓ, ਮੈਂ ਤਾਂ ਤੁਹਾਨੂੰ ਵੀ ਥੋੜੇ ਦਿਨਾਂ ਤੱਕ ਢੋਲ ਵਜਾਉਣ ਨੂੰ ਕਹਿ ਦੇਣਾ। ਬਸ ਇਹੋ ਕੰਮ ਰਹਿ ਗਿਆ ਸੀ ਮੇਰੇ ਕਰਨ ਵਾਲਾ, ਜਿਹੜਾ ਮੈਂ ਸਾਰੀ ਉਮਰ ਨਹੀਂ ਕੀਤਾ। ਦੱਸ, ਢੋਲ ਵਜਾਉਣਾ ਕੋਈ ਮਜ਼ਾਕ ਹੈ? ਮੈਂ ਕਦੋਂ ਕਿਹਾ ਢੋਲ ਵਜਾਉਣਾ ਮਜ਼ਾਕ ਹੈ? ਢੋਲ ਤਾਂ ਮੈਂ ਤੁਹਾਨੂੰ ਸਿਖਾਵਾਂਗੀ, ਫੇਰ ਦੇਖਿਓ ਤੁਹਾਡੇ ਹੱਥ ਕਿੱਦਾਂ ਚੱਲਦੇ ਢੋਲ ਦੇ ਡਗੇ ਤੇ। ਹੱਥਾਂ ਤੇਰਿਆਂ ਦੀ ਬਰਕਤ ਤਾਂ ਮੈਂ ਇਸ ਘਰ ਵਿੱਚ ਆਉਂਦਿਆਂ ਦੇਖ ਲਈ ਸੀ ਗੀਤ। ਅੱਜ ਮੈਂ ਇੰਨੀ ਖੁਸ਼ ਹਾਂ ਕਿ ਜਿੰਨੀ ਮੈਂ ਅੱਜ ਤੱਕ ਨਹੀਂ ਹੋਈ। ਤੁਸੀਂ ਝੂਠ ਨਾ ਬੋਲੋ, ਖੁਸ਼ ਨਹੀਂ ਹੋਏ ਕਦੀ। ਐਦਾਂ ਥੋੜਾ ਨਾ ਖੁਸ਼ ਹੁੰਦਾ ਬੰਦਾ ਕੋਈ। ਜਦੋਂ ਬੰਦਾ ਖੁਸ਼ ਹੋਵੇ ਉਹ ਇੱਧਰ ਰੋਂਦਾ ਥੋੜਾ ਨਾ ਹੈ। ਲੈ, ਤੂੰ ਤੇ ਕਮਲੀ ਹੈ। ਜਦੋਂ ਬੰਦਾ ਹੱਦ ਤੋਂ ਵੱਧ ਖੁਸ਼ ਹੁੰਦਾ ਹੈ ਨਾ, ਤੇ ਉਹਦੀਆਂ ਅੱਖਾਂ ਗਿੱਲੀਆਂ ਹੋ ਹੀ ਜਾਂਦੀਆਂ ਨੇ। ਇਹ ਤੇ ਖੁਸ਼ੀ ਦੇ ਹੰਝੂ ਨੇ ਕਮਲੀਏ, ਤੂੰ ਨਹੀਂ ਸਮਝੇਂਗੀ। ਕੀ ਨਹੀਂ ਸਮਝਾਂਗੀ ਮੈਂ? ਤੁਸੀਂ ਦੱਸੋ ਤਾਂ ਸਹੀ। ਮੈਂ ਤੈਨੂੰ ਕੀ ਦੱਸਾਂ, ਮੈਂ ਤੇ ਦੱਸ ਵੀ ਨਹੀਂ ਸਕਦੀ। ਮੈਂ ਅੱਜ ਇੰਨੀ ਖੁਸ਼ ਹਾਂ, ਇੰਨੇ ਸਾਲਾਂ ਵਿੱਚ ਮੈਂ ਜੋ ਨਹੀਂ ਨਾ ਕਰ ਸਕੀ, ਉਹ ਤਾਂ ਇਸ ਘਰ ਵਿੱਚ ਆਉਂਦਾ ਹੀ ਕਰ ਦਿੱਤਾ। ਮੰਮੀ ਜੀ ਨੂੰ ਮੈਂ ਸਾਰਿਆਂ ਦੇ ਵਿੱਚ ਡਾਈਨਿੰਗ ਟੇਬਲ ਤੇ ਖਾਣਾ ਖਾਂਦਿਆਂ ਤੇ ਨਹੀਂ ਦੇਖਿਆ, ਪਰ ਮੈਨੂੰ ਤਾਂ ਸੁਣ ਕੇ ਚਾਅ ਚੜ ਗਿਆ। ਮੈਂ ਅੱਜ ਬਹੁਤ ਖੁਸ਼ ਹਾਂ ਗੀਤ, ਕਿ ਮੈਂ ਤੈਨੂੰ ਦੱਸ ਨਹੀਂ ਸਕਦੀ।
ਵੱਡੇ ਮੈਡਮ ਜੀ ਵੈਸੇ ਵੇਖਿਆ ਮੈਂ ਤੁਹਾਡੇ ਆਦਮੀ ਤੇ ਤੀਵੀਆਂ 'ਚ ਬੰਦ ਹੀ ਨਹੀਂ ਬਹੁਤਾ। ਇੱਥੇ ਤੁਹਾਨੂੰ ਇੰਨਾ ਚਾਅ ਚੜਿਆ ਤੇ ਉੱਥੇ ਵੱਡੇ ਸਾਹਿਬ ਜੀ ਥੱਲੇ ਰੌਲਾ ਪਾਈ ਬੈਠੇ ਨੇ ਕਿ ਮੈਂ ਤੇ ਦਾਦੀ ਮਾਂ ਨੇ ਇੱਕੋ ਮੇਜ਼ ਤੇ ਬਹਿ ਕੇ ਰੋਟੀ ਨਹੀਂ ਖਾਣੀ। ਇੱਕ ਦੂਜੇ ਤੋਂ ਪੁੱਠੇ ਪਾਸੇ ਚੱਲਦੇ ਤੁਸੀਂ ਦੋਵੇਂ ਵੀ। ਉਹਨਾਂ ਦੀ ਕਿਹੜੀ ਗੱਲ ਹੈ? ਉਹਨਾਂ ਦਾ ਵਸ ਚੱਲੇ ਤੇ ਸਾਰੀ ਦੁਨੀਆ ਤੋਂ ਪੁੱਠੇ ਪਾਸੇ ਹੋ ਕੇ ਚੱਲਣ ਤੇ ਜਾਂ ਸਾਰੀ ਦੁਨੀਆ ਨੂੰ ਆਪਣੇ ਹਿਸਾਬ ਨਾਲ ਚਲਾ ਲੈਣ। ਹਾਂ ਸ਼ੇਰ ਬਣਦੇ ਨੇ ਬੜੇ ਉਹ। ਪਰ ਦੇਖਿਓ ਇਸ ਸ਼ੇਰ ਨੂੰ ਤੇ ਆਪਣੀ ਗਾਂ ਵਰਗੀ ਦਾਦੀ ਮਾਂ ਨੂੰ ਇੱਕੋ ਘਰ 'ਚ ਪਾਣੀ ਨਾ ਪਿਆ ਤੇ ਮੈਂ ਵੀ ਤੁਹਾਡੀ ਨੂੰਹ ਨਹੀਂ, ਠੀਕ ਹੈ ਨਾ? ਸ਼ੇਰ ਕਿਸੇ ਦੇ ਕਹੇ ਤੇ ਪਾਣੀ ਨਹੀਂ ਪੀਂਦੇ ਗੀਤ, ਉਹ ਤਾਂ ਮਾਸ ਖਾਂਦੇ ਨੇ। ਤੇ ਦੇਖੀ ਕਿਤੇ ਤੂੰ ਇਸ ਸ਼ੇਰ ਦੇ ਗੁੱਸੇ ਦਾ ਸ਼ਿਕਾਰ ਨਾ ਹੋ ਜਾਈਂ। ਸ਼ੁਕਰ ਮੈਂ ਤੁਹਾਨੂੰ ਇੰਨਾ ਖੁੱਲ ਕੇ ਹੱਸਦੇ ਤਾਂ ਦੇਖਿਆ, ਨਹੀਂ ਤਾਂ ਮੈਂ ਹੁਣ ਤੱਕ ਤੁਹਾਡੇ ਸਿਰ ਤੇ ਪਰੇਸ਼ਾਨੀਆਂ ਹੀ ਦੇਖੀਆਂ। ਪਰੇਸ਼ਾਨ ਤੇ ਮੈਂ ਅੱਜ ਵੀ ਹਾਂ ਗੀਤ। ਇਹ ਤੇ ਤੇਰੀਆਂ ਗੱਲਾਂ ਸੁਣ ਕੇ ਮੈਂ ਥੋੜੀ ਦੇਰ ਲਈ ਆਪਣੀ ਪਰੇਸ਼ਾਨੀ ਭੁੱਲ ਗਈ ਸੀ। ਕੋਈ ਗੱਲ ਨਹੀਂ, ਹੁਣ ਤੁਹਾਨੂੰ ਆਪਣੀ ਪਰੇਸ਼ਾਨੀਆਂ ਭੁੱਲਣ ਦੀ ਲੋੜ ਹੀ ਨਹੀਂ, ਕਿਉਂਕਿ ਮੈਂ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਕਰ ਦੇਣੀਆਂ ਔਰ ਇਹਦੀ ਸ਼ੁਰੂਆਤ ਅੱਜ ਤੋਂ ਹੀ ਹੋਏਗੀ। ਪਰ ਤੁਸੀਂ ਨਾ ਮੇਰੇ ਨਾਲ ਇੱਕ ਵਾਅਦਾ ਕਰੋ। ਵਾਦਾ? ਕਿਹੜਾ ਵਾਦਾ? ਬਸ ਤੁਸੀਂ ਵਾਅਦਾ ਕਰੋ ਕਿ ਮੈਂ ਜੋ ਵੀ ਕਹਾਂਗੀ ਤੁਸੀਂ ਟਾਲੋਗੇ ਨਹੀਂ ਮੇਰੀ ਗੱਲ ਨੂੰ। ਹਾਂ ਠੀਕ ਹੈ, ਮੈਂ ਵਾਦਾ ਕਰਦੀ ਹਾਂ। ਤੂੰ ਦੱਸ ਤੇ ਸਹੀ ਕੀ ਗੱਲ ਹੈ? ਤੁਸੀਂ ਨਾ ਆਪਣੇ ਆਪ ਨੂੰ ਇਸ ਕਮਰੇ 'ਚ ਕੈਦ ਨਾ ਕਰੋ, ਬਾਹਰ ਨਿਕਲੋ। ਤੂੰ ਤੇ ਇੰਜ ਕਹਿ ਰਹੀ ਹੈ ਗੀਤ ਜਿੱਦਾਂ ਇਹ ਕੈਦ ਮੈਂ ਆਪ ਸਹਿੜੀ ਹੋਵੇ। ਮੈਨੂੰ ਪਤਾ ਹੈ ਵੱਡੀ ਮੈਡਮ ਜੀ, ਪਹਿਲਾਂ ਤੁਹਾਨੂੰ ਤਾਨਿਆਂ ਨੇ ਮਜਬੂਰ ਕੀਤਾ ਸੀ ਇਸ ਕੈਦ ਵਿੱਚ ਰਹਿਣ ਲਈ, ਪਰ ਤਾਨਿਆ ਤਾਂ ਵੱਡੇ ਸਾਹਿਬ ਜੀ ਦੀ ਧੀ ਹੈ ਨਾ। ਹੁਣ ਉਹ ਵੀ ਤਾਂ ਤੁਹਾਨੂੰ ਜਾਂਦੇ ਜਾਂਦੇ ਕਹਿ ਕੇ ਗਏ ਨੇ ਕਿ ਤੁਹਾਨੂੰ ਤਾਨਿਆ ਦਾ ਦਿੱਤਾ ਵਾਦਾ ਨਿਭਾਉਣ ਦੀ ਲੋੜ ਨਹੀਂ ਹੈ। ਗੀਤ, ਮੈਂ ਇਸ ਕਮਰੇ ਵਿੱਚੋਂ ਬਾਹਰ ਨਿਕਲ ਕੇ ਕੀ ਕਰਾਂਗੀ? ਮੈਨੂੰ ਤਾਂ ਇਸ ਕਮਰੇ ਵਿੱਚ ਹੀ ਰਹਿਣ ਦੇ, ਨਾਲੇ ਮੈਨੂੰ ਹੁਣ ਇਸ ਘਰ ਦੀ ਫਿਕਰ ਨਹੀਂ। ਤੂੰ ਆ ਗਈ ਹੈ ਨਾ ਇਸ ਘਰ ਵਿੱਚ। ਘਰ ਦੀ ਫਿਕਰ ਕਰਨ ਨੂੰ ਤਾਂ ਮੈਂ ਕਿਹਾ ਹੀ ਨਹੀਂ ਤੁਹਾਨੂੰ, ਤੁਸੀਂ ਆਪਣਾ ਫਿਕਰ ਕਰੋ। ਇਹਦਾ ਦਿਨ ਰਾਤ ਕਮਰੇ 'ਚ ਰਹੋਗੇ ਤੇ ਵੱਡੇ ਸਾਹਿਬ ਜੀ ਨੂੰ ਤੁਹਾਡੇ ਤੇ ਸ਼ੱਕ ਕਰਨ ਦਾ ਮੌਕਾ ਮਿਲ ਜਾਣਾ। ਉਹਨਾਂ ਨੂੰ ਇਹ ਮੌਕਾ ਨਾ ਦਿਓ ਵੱਡੇ ਮੈਡਮ ਜੀ। ਤੇਰੀ ਗੱਲ ਤੇ ਠੀਕ ਹੈ, ਮੈਨੂੰ ਇਸ ਕਮਰੇ ਵਿੱਚੋਂ ਬਾਹਰ ਨਿਕਲਣ ਲਈ ਜੇਕੇ ਸਾਹਿਬ ਤਾਂ ਕਹਿ ਗਏ ਨੇ, ਪਰ ਮੈਂ ਇਸ ਕਮਰੇ ਵਿੱਚ ਤਾਂ ਤਾਨੀਆ ਦੇ ਵਾਅਦੇ ਕਰਕੇ ਬੈਠੀ ਆ ਨਾ। ਕੋਈ ਗੱਲ ਨਹੀਂ, ਜੇ ਤਾਨਿਆ ਤੁਹਾਡੀ ਧੀ ਹੈ ਤੇ ਮੈਂ ਵੀ ਤਾਂ ਤੁਹਾਡੀ ਨੂੰਹ ਆ ਨਾ। ਨੂੰਹ ਤੇ ਧੀ ਵਿੱਚ ਫਰਕ ਨਾ ਕਰੋ। ਪਹਿਲਾਂ ਤੁਸੀਂ ਆਪਣੀ ਧੀ ਦਾ ਵਾਅਦਾ ਨਿਭਾਇਆ ਨਾ, ਤੇ ਹੁਣ ਆਪਣੀ ਨੂੰਹ ਦਾ ਵਾਅਦਾ ਵੀ ਨਿਭਾਓ ਵੱਡੇ ਮੈਡਮ ਜੀ। ਪਰ ਜੇਕੇ ਸਾਹਿਬ ਤਾਂ ਮੇਰੀ ਸ਼ਕਲ ਵੇਖ ਕੇ ਰਾਜੀ ਨਹੀਂ। ਤੇ ਮੈਂ ਕਿਹੜਾ ਤੁਹਾਨੂੰ ਵੱਡੇ ਸਾਹਿਬ ਜੀ ਨਾਲ ਉਹਨਾਂ ਦੇ ਕਮਰੇ 'ਚ ਰਹਿਣ ਨੂੰ ਕਹਿ ਰਹੀ ਹਾਂ। ਘੱਟੋ ਘੱਟ ਇਸ ਕਮਰੇ 'ਚ ਤਾਂ ਨਾ ਰਹੋ, ਬਾਹਰ ਆਣਾ ਜਾਣਾ ਸ਼ੁਰੂ ਕਰੋ। ਠੀਕ ਹੈ ਗੀਤ, ਮੈਂ ਤੇਰੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਇਸ ਕਮਰੇ ਵਿੱਚੋਂ ਬਾਹਰ ਆਇਆ ਜਾਇਆ ਕਰਾਂਗੀ। ਗੀਤ, ਤੂੰ ਇੱਥੇ ਹੈ ਤੇ ਬਾਹਰ ਇਹ ਢੋਲ ਦੀ ਆਵਾਜ਼ ਕਿੱਥੋਂ ਆ ਰਹੀ ਹੈ? ਹਾਂਜੀ ਵੱਡੇ ਮੈਡਮ ਜੀ, ਹੁਣ ਕੌਣ ਢੋਲ ਵਜਾਉਣ ਲੱਗ ਗਿਆ? ਤੁਸੀਂ ਰੁਕੋ, ਮੈਂ ਦੇਖ ਕੇ ਆਨੀ ਹਾਂ। राजेश की कर रहे हैं? कुछ नहीं भाजी, हुक्म करो। तुसी की कराना? भाई पूछ रहे हैं आतिशबाजी चलाइए कदे? हाँ की बच्चों वाले सवाल पूछ रहे हैं तुसी भाजी। आतिशबाजी तो छोटे छोटे बच्चे चलाते हैं। मैं बच्चों वाली आतिशबाजी बारे नहीं गल कर रहा हैगा, मैं वड्डी आतिशबाजी की गल करदा है ਜਿਹੜੇ ਵੱਡੇ ਵੱਡੇ ਪ੍ਰੋਗਰਾਮਾਂ 'ਚ ਚਲਾਈ ਜਾਂਦੀ ਹੈ। कोई गल नहीं प्रशांत भाजी, वो भी चला लांगे। पर हुण केड़ा बड़ा प्रोग्राम आने वाला है? ਤੈਨੂੰ ਨਹੀਂ ਪਤਾ ਜੇਕੇ ਭਾਜੀ ਦਾ ਜਨਮ ਦਿਨ ਹੈ? ओ हाँ हाँ, मैं तो चेते ही भुल गया सी कि जेके भाजी का जन्मदिन है। ਤੈਨੂੰ ਇਹ ਤਾਂ ਨਹੀਂ ਭੁੱਲ ਗਿਆ ਕਿਤੇ ਕਿ ਜੇਕੇ ਭਾਜੀ ਦਾ ਜਨਮ ਦਿਨ ਕਿਸ ਤਰ੍ਹਾਂ ਮਨਾਇਆ ਜਾਂਦਾ ਮੇਰਾ ਹਾਊਸ ਦੇ ਵਿੱਚ? नहीं नहीं भाजी, मैनू सब पता है। जेके भाजी नू आतिशबाजी का बहुत शौक है। ਸ਼ੌਂਕ ਹੀ ਨਹੀਂ, ਹੁਣ ਉਹਦਾ ਜਨਮ ਵੀ ਦੀਵਾਲੀ ਵਾਲੇ ਦਿਨ ਹੋਇਆ ਸੀ ਤੇ ਐਸੇ ਕਰਕੇ ਆਤਿਸ਼ਬਾਜੀ ਵੀ ਪੂਰੀ ਦੀਵਾਲੀ ਵਾਂਗ ਮਨਾਈ ਜਾਂਦੀ ਹੈ ਮੇਰਾ ਹਾਊਸ ਦੇ ਵਿੱਚ। हाँ हाँ, हर साल ऐदा ही हुंदा है। ਹਾਂ, ਇਸ ਵਾਰ ਵੀ ਜੇਕੇ ਭਾਜੀ ਆਹੀ ਚਾਹੁੰਦੇ ਨੇ ਕਿ ਉਹਨਾਂ ਦੇ ਜਨਮ ਦਿਨ ਤੇ ਇੰਨੀ ਆਤਿਸ਼ਬਾਜੀ ਚੱਲੇ ਕਿ ਪੂਰਾ ਜਲੰਧਰ ਸ਼ਹਿਰ ਖੜ ਕੇ ਵੇਖੇ। ਆਤਿਸ਼ਬਾਜੀ ਦਾ ਇੰਤਜ਼ਾਮ ਕਰਨਾ ਹੁਣ ਤੇਰੀ ਜ਼ਿੰਮੇਵਾਰੀ ਹੈ, ਸਮਝ ਗਿਆ ਨਾ? ਤੇ ਆਤਿਸ਼ਬਾਜੀ ਇਦਾਂ ਦੀ ਹੋਵੇ
ਜਗਬੁੱਝ ਕਰੀ ਜਾਵੇ ਤੇ ਧਮਾਕੇ ਦਾ ਵੀ ਪਤਾ ਲੱਗੇ ਇੱਕ ਵਾਰ ਸਾਰਿਆਂ ਨੂੰ। ਇਹ ਢੋਲ ਆਖਿਰ ਵੱਜਦਾ ਕਿੱਥੇ ਪਿਆ? ਮੇਰੇ ਤੋਂ ਬਗੈਰ ਤਾਂ ਸਿਰਫ ਪਾਪਾ ਜੀ ਨੇ ਜਿਹੜੇ ਢੋਲ ਵਜਾ ਸਕਦੇ ਨੇ। ਪਰ ਪਾਪਾ ਜੀ ਢੋਲ ਕਿਉਂ ਵਜਾ ਰਹੇ ਨੇ? ਪਾਪਾ ਜੀ ਨੂੰ ਤਾਂ ਡਾਕਟਰ ਨੇ ਮਨਾ ਕੀਤਾ ਹੈ ਨਾ ਕਿ ਉਹ ਢੋਲ ਨਹੀਂ ਵਜਾਣਗੇ। ਇੱਕ ਤਾਂ ਇਹ ਘਰ ਕਾਹਦਾ ਇੱਕ ਕਿਲਾ ਹੀ ਹੈ। ਇੱਥੇ ਕਿਹੜਾ ਬੰਦੇ ਨੂੰ ਲੱਭਣਾ ਸੌਖਾ ਹੈ? ਕਿਤੇ ਕਿਸੇ ਵੀ ਕਮਰੇ 'ਚ ਕੋਈ ਕੁਝ ਵੀ ਕਰੇ, ਕਿਸੇ ਨੂੰ ਸੂਹ ਤੱਕ ਨਹੀਂ ਮਿਲਣੀ। ਤਾਂ ਹੀ ਤਾਂ ਇੱਥੇ ਦੇ ਲੋਕ ਆਪਣੀ ਰਾਹ ਤੁਰੇ ਫਿਰਦੇ ਆ। ਮੈਂ ਤਾਂ ਇੰਤਜ਼ਾਮ ਕਰ ਦਾਂਗਾ ਪ੍ਰਸ਼ਾਂਤ ਭਾਜੀ, ਪਰ ਆਤਿਸ਼ਬਾਜ਼ੀ ਵਿੱਚ ਹੁੰਦਾ ਤਾਂ ਬਾਰੂਦ ਹੀ ਹੈ ਨਾ। ਬਹੁਤੇ ਵੱਡੇ ਪਟਾਕੇ ਖਤਰਨਾਕ ਹੋ ਸਕਦੇ ਆ ਭਾਜੀ। ਕਿਉਂ ਡਰ ਲੱਗਦਾ ਤੈਨੂੰ? ਡਰਨ ਵਾਲੀ ਗੱਲ ਨਹੀਂ ਹੈ ਪ੍ਰਸ਼ਾਂਤ ਭਾਜੀ, ਪਰ ਕੋਈ ਐਕਸੀਡੈਂਟ ਹੋ ਸਕਦਾ ਹੈ, ਕੋਈ ਜ਼ਖਮੀ ਹੋ ਸਕਦਾ ਹੈ। ਕਦੇ ਕਦੇ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਸੀਂ ਦੋਵੇਂ ਇਸ ਘਰ ਦੇ ਜਵਾਈ ਕਿਵੇਂ ਬਣ ਗਏ। ਇੱਕ ਤੇ ਤੂੰ ਜ਼ਖਮੀ ਹੋਣ ਤੋਂ ਵੀ ਡਰਦਾ ਹੈ, ਤੇ ਦੂਜਾ ਮੈਂ ਤਾਂ ਇੰਨਾ ਚਾਹੁੰਦਾ ਕਿ ਪਟਾਖਿਆਂ ਦੇ ਵਿੱਚ ਇੰਨਾ ਕੁ ਬਾਰੂਦ ਹੋਵੇ ਕਿ ਕਿਸੇ ਦੀ ਜਾਨ ਵੀ ਲੈ ਲਿੱਤੀ ਜਾਵੇ। ਤੁਸੀਂ ਇਹ ਜਿਹੇ ਸ਼ਗਨ ਦੇ ਮਾਹੌਲ ਵਿੱਚ ਰੰਗ ਵਿੱਚ ਭੰਗ ਪਾਉਣ ਵਾਲੀ ਗੱਲ ਕਰਦੇ ਪਏ ਹੋ। ਤੁਸੀਂ ਨਹੀਂ ਸਮਝੋਗੇ ਰਜੇਸ਼ ਜੀ। ਤੁਸੀਂ ਬਸ ਆਤਿਸ਼ਬਾਜ਼ੀ ਦਾ ਇੰਤਜ਼ਾਮ ਕਰੋ। ਉਹਦਾ ਲੋਕਾਂ ਨੂੰ ਮਹਿਰਾ ਹਾਊਸ 'ਚ ਆਤਿਸ਼ਬਾਜ਼ੀ ਦੇਖਣ ਦਾ ਮੌਕਾ ਹਰ ਸਾਲ ਮਿਲਦਾ ਹੈ, ਪਰ ਇਸ ਵਾਰ ਕੁਝ ਖਾਸ ਹੋਣਾ ਚਾਹੀਦਾ ਹੈ, ਬਹੁਤ ਖਾਸ। ਤੇ ਉਹਦੇ ਲਈ ਵੱਡੇ ਭਾਈ ਸਾਹਿਬ ਦੇ ਜਨਮ ਦਿਨ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਹੈ ਭਲਾ? ਨਾਲੇ ਇਸ ਵਾਰ ਤੇ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਮੱਸਿਆ ਵੀ ਏ, ਪਤਾ ਤੁਹਾਨੂੰ? ਪਾਪਾ ਜੀ ਢੋਲ ਨਾ ਵਜਾਓ ਤੁਸੀਂ, ਤੁਹਾਡੀ ਸਿਹਤ ਪਹਿਲੇ ਠੀਕ ਨਹੀਂ ਹੈ। ਪਰ ਆਖਿਰ ਇਹ ਢੋਲ ਦੀ ਆਵਾਜ਼ ਆ ਕਿੱਥੋਂ ਰਹੀ ਹੈ? ਇਹ ਤੁਸੀਂ ਕੀ ਕਰ ਰਹੇ ਹੋ ਜੀ? ਢੋਲ ਕਿਉਂ ਵਜਾਉਂਦੇ ਪਏ ਹੋ? ਹਾਂਜੀ ਪਾਪਾ ਜੀ, ਹੁਣ ਤੁਹਾਨੂੰ ਕਿਹਨੇ ਕਹਿਤਾ ਢੋਲ ਵਜਾਉਣ ਲਈ? ਕਹਿਣ ਵਾਲੇ ਤਾਂ ਕਹਿਣਗੇ ਪਿੰਕੀ, ਪਰ ਇਹ ਕਿਸੇ ਦੀ ਗੱਲ ਮੰਨ ਕੇ ਵੀ ਢੋਲ ਕਿਉਂ ਵਜਾਉਂਦੇ ਪਏ ਨੇ? ਪਰ ਕਿਉਂ ਪਾਪਾ ਜੀ? ਤੁਹਾਨੂੰ ਪਤਾ ਨਾ ਇਹ ਗੀਦੀ ਦਾ ਸਹੁਰਾ ਘਰ ਹੈ, ਇੱਥੇ ਢੋਲ ਵਜਾਉਂਦੇ ਤੁਸੀਂ ਚੰਗੇ ਲੱਗਦੇ ਹੋ? ਕਿਉਂ ਆਪਣੀ ਧੀ ਦੀ ਬੇਇੱਜ਼ਤੀ ਕਰਾਉਂਦੇ ਪਏ ਹੋ? ਢੋਲ ਵਜਾਉਣਾ ਬੰਦ ਕਰੋ, ਬਸ ਕਰੋ। ਨਹੀਂ ਸੁਦਾ, ਮੈਂ ਹੁਣ ਢੋਲ ਵਜਾਣਾ ਬੰਦ ਨਹੀਂ ਕਰਾਂਗਾ। ਕੀ ਹੋਇਆ ਜੇ ਮੇਰੀ ਧੀ ਗੀਤ ਦਾ ਸਹੁਰਾ ਘਰ ਹੈ? ਅੱਜ ਦੀ ਰਾਤ ਮੈਨੂੰ ਉੱਥੇ ਢੋਲ ਵਜਾਉਣ ਦਾ ਹੁਕਮ ਮਿਲਿਆ ਹੈ। ਮੇਰੀ ਤਾਂ ਕਿਸਮਤ ਹੀ ਖੁੱਟੀ ਹੈ ਕਿ ਮੈਂ ਉਸ ਕੰਮ ਨੂੰ ਮਨਾ ਨਹੀਂ ਕਰ ਸਕਦਾ। ਹੁਣ ਤਾਂ ਮੈਨੂੰ ਢੋਲ ਵਜਾਣਾ ਹੀ ਪਏਗਾ। ਬਿਲਕੁਲ ਸਹੀ ਕਿਹਾ ਕੰਮੋ ਤੂੰ। ਆਤਿਸ਼ਬਾਜ਼ੀ ਇਦਾਂ ਦੀ ਹੋਣੀ ਚਾਹੀਦੀ ਹੈ ਕਿ ਜਿਸਨੇ ਫਿੱਤੇ ਨੂੰ ਅੱਗ ਲਗਾਈ ਹੈ ਉਹਨੂੰ ਇਹ ਵੀ ਨਾ ਪਤਾ ਹੋਵੇ ਕਿ ਪਟਾਕਾ ਇੰਨੀ ਜਲਦੀ ਚੱਲ ਕਿੱਦਾਂ ਗਿਆ। ਹਾਂ, ਪਟਾਕੇ ਚਲਾਉਣ ਵਾਲੇ ਦੇ ਚਾਰੇ ਪਾਸੇ ਤਾਂ ਥੱਲੀ ਮੱਚ ਜਾਣੀ ਚਾਹੀਦੀ ਹੈ, ਜਿਹੜਾ ਭੱਜ ਨਾ ਸਕੇ। ਉਹਦੇ ਚਾਰੇ ਪਾਸੇ ਠਾ ਠਾ ਹੋ ਜਾਵੇ, ਠਾ ਠਾ। ਇਸ ਠਾਂ ਦੇ ਵਿੱਚ ਮੱਸਿਆ ਦੇ ਰਾਤ ਨੂੰ ਲੋਕਾਂ ਨੂੰ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲੇਗਾ। ਨਜ਼ਾਰਾ ਕਾਹਦਾ ਪ੍ਰਸ਼ਾਂਤ ਭਾਜੀ? ਜੇ ਕੋਈ ਇਹੋ ਜਿਹੀ ਆਤਿਸ਼ਬਾਜ਼ੀ ਚਲਾਊਗਾ ਨਾ ਤਾਂ ਉਹ ਡਰ ਦੇ ਮਾਰੇ ਚਿੱਕਾ ਹੀ ਮਾਰੂਗਾ। ਤੇ ਅਸੀਂ ਢੋਲ ਕਾਹਦੇ ਲਈ ਵਜਾਣਾ ਜੇਕੇ ਭਾਜੀ ਦੇ ਜਨਮ ਦਿਨ ਤੇ? ਢੋਲ ਦੀ ਆਵਾਜ਼ ਦੇ ਵਿੱਚ ਨਾ ਕੋਈ ਸ਼ੋਰ, ਨਾ ਕੋਈ ਚੀਖ, ਨਾ ਰੌਲਾ ਰੱਪਾ ਸੁਣਾਈ ਦੇਣਾ। ਸਾਰੇ ਜਸ਼ਨ ਮਨਾਉਣਗੇ, ਜਸ਼ਨ। ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ ਪ੍ਰਸ਼ਾਂਤ ਭਾਜੀ? ਮੇਰੇ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ। ਐਦਾਂ ਦੀ ਆਤਿਸ਼ਬਾਜ਼ੀ ਦਾ ਕੀ ਫਾਇਦਾ ਹੈ? ਤੂੰ ਸਮਝ ਕੇ ਲੈਣਾ ਵੀ ਕੀ ਹੈ ਛੋਟੇ ਵੀਰ। ਤੂੰ ਆਤਿਸ਼ਬਾਜ਼ੀ ਦਾ ਇੰਤਜ਼ਾਮ ਕਰ, ਬਾਕੀ ਮੈਂ ਤੇ ਕੰਮੋ ਦੇਖ ਲਾਂਗੇ। ਕਿਉਂ ਕੰਮੋ? ਹਾਂ 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 ਰਜੇਸ਼ ਜੀ, ਫੁੱਲਝੜੀ ਕਦੋਂ ਤੇ ਕਿੱਦਾਂ ਚਲਾਉਣੀ ਹੈ ਇਹ ਅਸੀਂ ਆਪ ਹੀ ਸਾਂਭ ਲਾਂਗੇ। ਆਤਿਸ਼ਬਾਜ਼ੀ ਦਾ ਇੰਤਜ਼ਾਮ ਤਾਂ ਹੋ ਜਾਊਗਾ। ਜਿੱਦਾਂ ਦੀ ਆਤਿਸ਼ਬਾਜ਼ੀ ਦੀ ਗੱਲ ਤੁਸੀਂ ਕਰਦੇ ਪਏ ਹੋ ਨਾ, ਮਿਲ ਜੂਗੀ ਤੁਹਾਨੂੰ।
ਚੱਲ ਫਿਰ ਉਡੀਕਦਾ ਕਿਹਨੂੰ ਪਿਆ ਜਾ ਕੇ ਕਰ ਇੰਤਜ਼ਾਮ। ਤੈਨੂੰ ਪਤਾ ਹੈ ਜਲੰਧਰ ਸ਼ਹਿਰ ਵਿੱਚ ਸਭ ਤੋਂ ਵਧੀਆ ਆਤਿਸ਼ਬਾਜ਼ੀ ਕਿੱਥੇ ਮਿਲਦੀ ਹੈ? सब पता भाजी।